I welcome you all to this special session, the teaching of chapter 3rd of section A of 10 plus 2 class. The subject is English. The name of the chapter is Thinking Out of the Box Lateral Thinking, written by Edward de Bono. He is Mr. Edward de Bono. He was PhD in psychology and he taught at the Oxford University. Let's know a little more about the author. His full name was Edward Charles Francis Publius de Bono, and he was born on May 19, 1933. He was a physician, psychologist, author, inventor, and consultant. His famous book is Six Thinking Hats. His nationality was Maltese. This chapter is about his favorite and famous concept of lateral thinking. First of all, let us quickly go through what exactly lateral thinking has been referred to in this chapter. Lateral thinking means thinking differently. It involves creativity and innovation. Creativity means creating something new. Tough situations can be dealt easily with lateral thinking. Sometimes traditional thinking or conventional thinking or linear thinking fails in tricky situations. Only lateral thinking or unconventional thinking or non-linear thinking saves us with a unique solution. The writer explains the entire concept with interesting stories. ਲੇਟਰਲ ਥਿੰਕਿੰਗ ਦਾ ਮਤਲਬ ਹੈ ਕੁਝ ਵੱਖਰਾ ਸੋਚਣਾ। ਇਸ ਦੇ ਵਿੱਚ ਸਿਰਜਣਾਤਮਕਤਾ ਅਤੇ ਨਵੀਨ ਕੰਮ ਕਰਨ ਦੀ ਸਮਰੱਥਾ ਆਉਂਦੀ ਹੈ। ਕ੍ਰੀਏਟੀਵਿਟੀ ਜਾਂ ਸਿਰਜਣਾਤਮਕਤਾ ਦਾ ਮਤਲਬ ਹੈ ਕੁਝ ਨਵਾਂ ਸਿਰਜਣਾ। ਕਈ ਵਾਰ ਔਖੀਆਂ ਸਥਿਤੀਆਂ ਦੇ ਵਿੱਚ ਆਮ ਸੋਚ ਕੰਮ ਨਹੀਂ ਆਉਂਦੀ। ਉੱਥੇ ਲੇਟਰਲ ਥਿੰਕਿੰਗ ਨਾਲ ਜਾਂ ਵੱਖਰੀ ਸੋਚ ਨਾਲ ਉਸ ਔਖੀ ਸਥਿਤੀ ਨੂੰ ਨਿਪਟਾਇਆ ਜਾ ਸਕਦਾ ਹੈ। ਕਈ ਵਾਰ ਆਮ ਸੋਚ ਜਾਂ ਲੀਕ 'ਤੇ ਚੱਲ ਰਹੀ ਸੋਚ ਅਜਿਹੀਆਂ ਸਥਿਤੀਆਂ ਵਿੱਚ ਫੇਲ ਹੋ ਜਾਂਦੀ ਹੈ। ਉਸ ਸਮੇਂ ਲੀਕ ਤੋਂ ਹਟ ਕੇ ਜਾਂ ਪਰੰਪਰਾਗਤ ਸੋਚ ਤੋਂ ਹਟ ਕੇ ਨਵਾਂ ਸੋਚਣ ਨਾਲ ਉਹ ਔਖੀ ਸਥਿਤੀ ਪਲ ਵਿੱਚ ਹੱਲ ਹੋ ਜਾਂਦੀ ਹੈ। ਇਸ ਦੇ ਸਬੂਤ ਵਜੋਂ ਲੇਖਕ ਨੇ ਕਹਾਣੀਆਂ ਦੇ ਨਾਲ ਇਸ ਸਾਰੀ ਗੱਲ ਨੂੰ ਵਿਸਤਾਰ ਦੇਣ ਦੀ ਕੋਸ਼ਿਸ਼ ਕੀਤੀ ਹੈ। Before going into the detail of the chapter, let's first of all explore what exactly creative thinking is. The creative thinking has four aspects: originality, fluency, flexibility, elaboration. ਸਿਰਜਣਾਤਮਕ ਸੋਚ ਦੇ ਚਾਰ ਪਹਿਲੂ ਹਨ। ਇੱਕ ਤਾਂ ਇਹ ਓਰੀਜਨਲ ਹੁੰਦੀ ਹੈ, ਸਾਡੀ ਆਪਣੀ ਸੋਚ ਹੁੰਦੀ ਹੈ, ਕਿਤੋਂ ਉਧਾਰ ਲਈ ਗਈ ਨਹੀਂ ਹੁੰਦੀ। ਦੂਸਰਾ, ਇਸ ਦੇ ਵਿੱਚ ਫਲੂਐਂਸੀ ਹੁੰਦੀ ਹੈ, ਰਵਾਨਗੀ ਹੁੰਦੀ ਹੈ, ਅਟਕਦਾ ਨਹੀਂ ਹੈ ਇਨਸਾਨ, ਕਿਉਂਕਿ ਹਰ ਚੀਜ਼ ਉਸ ਦੇ ਅੰਦਰੋਂ ਉਪਜ ਰਹੀ ਹੈ ਤਾਂ ਉਸ ਦੇ ਅੰਦਰੋਂ ਹੀ ਨਵੀਂ ਸਿਰਜਣਾ ਲਈ ਪ੍ਰੇਰਨਾ ਅਤੇ ਜ਼ਰੂਰੀ ਜੋ ਵੀ ਕੰਮ ਉਸ ਸੰਬੰਧੀ ਕੀਤੇ ਜਾਣੇ ਹਨ ਉਹ ਪੈਦਾ ਹੁੰਦੇ ਹਨ ਅਤੇ ਉਹ ਸੈਲਫ ਡਾਇਰੈਕਟਡ ਹੋ ਜਾਂਦਾ ਹੈ, ਆਪਣੇ ਆਪ ਨੂੰ ਆਪ ਹੀ ਨਿਰਦੇਸ਼ਿਤ ਕਰਦਾ ਹੈ। ਫਲੈਕਸੀਬਿਲਿਟੀ, ਇਸ ਦਾ ਮਤਲਬ ਹੈ ਕਿ ਜਦੋਂ ਵੀ ਅਸੀਂ ਕ੍ਰੀਏਟਿਵ ਸੋਚਦੇ ਹਾਂ ਜਾਂ ਵੱਖਰਾ ਸੋਚਦੇ ਹਾਂ ਉਸ ਦੇ ਵਿੱਚ ਇੱਕ ਲਚਕ ਹੁੰਦੀ ਹੈ। ਅਸੀਂ ਕਿਸੇ ਵੀ ਦਿਸ਼ਾ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਉਸ ਇੱਕ ਪੜਾਅ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ। ਇਲੈਬੋਰੇਸ਼ਨ, ਕ੍ਰੀਏਟਿਵ ਕੰਮ ਜਦੋਂ ਵੀ ਕੀਤਾ ਜਾਂਦਾ ਉਹ ਕਦੇ ਵੀ ਸ਼ਾਰਟਕਟਸ ਨਾਲ ਨਹੀਂ ਹੋ ਸਕਦਾ, ਉਸ ਦੇ ਵਿੱਚ ਹਮੇਸ਼ਾ ਸਾਨੂੰ ਵਿਸਤਾਰ ਨਾਲ ਕੰਮ ਕਰਨਾ ਪੈਂਦਾ ਹੈ। ਹੁਣ ਤੁਹਾਡੇ ਸਾਹਮਣੇ ਹੈ the circle of creative thinking. We have 8 steps of creative thinking. The first is preparation. ਪਹਿਲਾ ਪੜਾਅ ਹੈ ਪੂਰੀ ਤਿਆਰੀ ਕਰਨਾ। ਨੈਕਸਟ ਰਿਐਲਿਟੀ, ਫਿਰ ਆਪਣੇ ਆਲੇ ਦੁਆਲੇ ਦੀਆਂ ਸਥਿਤੀਆਂ ਨੂੰ ਵੇਖਣਾ। ਥਰਡ ਐਨਾਲਿਸਿਸ, ਫਿਰ ਉਹਨਾਂ ਸਾਰੀਆਂ ਸਥਿਤੀਆਂ ਦੀ ਅਤੇ ਆਪਣੀ ਤਿਆਰੀ ਦੀ ਚੰਗੇ ਤਰੀਕੇ ਨਾਲ ਵਿਸ਼ਲੇਸ਼ਣ ਕਰਨਾ, ਪੜਚੋਲ ਕਰਨਾ। ਨੰਬਰ 4 ਸਿੰਥਸਿਸ, ਫਿਰ ਸਥਿਤੀਆਂ ਦੇ ਹਿਸਾਬ ਨਾਲ ਆਪਣੀ ਪਲਾਨ ਕੀਤੀਆਂ ਹੋਈਆਂ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਲਗਾਉਣਾ। ਨੰਬਰ 5 ਐਕਸੈਪਟਿੰਗ,
ਫਿਰ ਉਸ ਤੋਂ ਬਾਅਦ ਸਥਿਤੀਆਂ ਨੂੰ ਅਤੇ ਆਪਣੇ ਪਲਾਨ ਨੂੰ ਚੰਗੇ ਤਰੀਕੇ ਨਾਲ ਐਕਸੈਪਟ ਕਰ ਲੈਣਾ, ਉਸ ਨੂੰ ਅਪਣਾ ਲੈਣਾ। ਨੰਬਰ 6 ਨੀਡ ਟੂ ਐਕਸ਼ਨ, ਆਤਮ ਵਿਸ਼ਵਾਸ ਦੇ ਨਾਲ ਅੱਗੇ ਵਧਣਾ ਅਤੇ ਆਪਣੇ ਕੰਮ ਨੂੰ ਨੇਪਰੇ ਚਾੜ੍ਹਨਾ। ਨੰਬਰ 7 ਟੈਸਟ ਐਂਡ ਇਵੈਲੂਏਸ਼ਨ, ਜਦੋਂ ਅਸੀਂ ਕੋਈ ਨਵਾਂ ਕੰਮ ਨਵੀਂ ਸੋਚ ਦੇ ਆਧਾਰ 'ਤੇ ਕਰਦੇ ਹਾਂ, ਫਿਰ ਅਸੀਂ ਉਸ ਨੂੰ ਟੈਸਟ ਜ਼ਰੂਰ ਕਰਦੇ ਹਾਂ ਅਤੇ ਉਸ ਦਾ ਮੁਲਾਂਕਣ ਜ਼ਰੂਰ ਕਰਦੇ ਹਾਂ ਕਿ ਕੰਮ ਕਿੰਨਾ ਪ੍ਰਤੀਸ਼ਤ ਸਫਲ ਹੋਇਆ ਜਾਂ ਅਸਫਲ ਹੋਇਆ, ਕੀ ਕਮੀਆਂ ਰਹਿ ਗਈਆਂ ਅਤੇ ਕਿਵੇਂ ਇਸ ਨੂੰ ਅਸੀਂ ਠੀਕ ਕਰੀਏ। ਦ ਲਾਸਟ ਥਿੰਗ ਇਜ਼ ਐਪਲੀਕੇਸ਼ਨਸ, ਜਦੋਂ ਕਈ ਵਾਰ ਸੁਧਾਰ ਕਰਨ ਤੋਂ ਬਾਅਦ ਸਾਨੂੰ ਲੱਗਦਾ ਹੈ ਕਿ ਹੁਣ ਇਹ ਚੀਜ਼ ਬਹੁਤ ਵਧੀਆ ਤਿਆਰ ਹੋ ਗਈ ਹੈ, ਇਹ ਨਵੀਂ ਸੋਚ ਜਾਂ ਨਵਾਂ ਕੰਮ ਹੁਣ ਕੀਤਾ ਜਾ ਸਕਦਾ ਹੈ, ਤਾਂ ਅਸੀਂ ਉਸ ਨੂੰ ਲਾਗੂ ਕਰ ਦਿੰਦੇ ਹਾਂ ਅਤੇ ਲਾਗੂ ਕਰਨ ਤੋਂ ਬਾਅਦ ਇੱਕ ਵਾਰ ਫਿਰ ਅਸੀਂ ਫੀਡਬੈਕ ਦੇ ਆਧਾਰ 'ਤੇ, ਇਵੈਲੂਏਸ਼ਨ ਦੇ ਆਧਾਰ 'ਤੇ ਸਾਰਾ ਪ੍ਰੋਸੈਸ ਦੁਬਾਰਾ ਵੀ ਕਰ ਸਕਦੇ ਹਾਂ। ਸੋ ਦਿਸ ਵਾਜ਼ ਆਲ ਅਬਾਊਟ ਕ੍ਰੀਏਟਿਵ ਥਿੰਕਿੰਗ। We have to start with the preparation, then study the actual situation in which we have to execute our plan, then analyze the situation as well as the plan, then adapt the plan according to the situation, then accepting the plan and the situation as they are without any defense mechanism or lie. Then we have need to action to test on a small population. Then we have to test and evaluate what is the outcome, and after testing and retesting and making our plan which is ready for application, we go for applications, and on the basis of the feedback we can re-prepare, reassess, recreate, re-execute and re-evaluate, and this creative thinking circle goes. The writer has explained his point through interesting stories. The first story given in the text. Many years ago, in a small Indian village, a farmer had the misfortune of owing a large sum of money to a village moneylender. The moneylender, who was old and ugly, fancied the farmer's beautiful daughter, so he proposed a bargain. ਇੱਕ ਵਾਰ ਇੱਕ ਪਿੰਡ 'ਚ ਇੱਕ ਗਰੀਬ ਕਿਸਾਨ ਸੀ। ਉਸਨੇ ਆੜ੍ਹਤੀਏ ਤੋਂ ਕੁਝ ਪੈਸੇ ਲਏ ਹੋਏ ਸੀ। ਆੜ੍ਹਤੀਏ ਦੀ ਨਜ਼ਰ ਉਸਦੀ ਬੇਟੀ 'ਤੇ ਸੀ। ਆੜ੍ਹਤੀਆ ਖੁਦ ਬੁੱਢਾ ਅਤੇ ਬਹੁਤ ਹੀ ਭੱਦਾ ਸੀ, ਪਰ ਉਹ ਕਿਸਾਨ ਦੀ ਬੇਟੀ ਦੇ ਖ਼ਾਬ ਦੇਖਦਾ ਸੀ। ਇਸ ਲਈ ਉਸਨੇ ਕਿਸਾਨ ਦੇ ਅੱਗੇ ਇੱਕ ਸ਼ਰਤ ਰੱਖੀ। He said he would forego the farmer's debt if he could marry the farmer's daughter. Both the farmer and his daughter were horrified by the proposal. So the moneylender suggested that they let Providence decide the matter. ਕਿਸਾਨ ਤੇ ਉਸਦੀ ਬੇਟੀ ਇਹ ਸ਼ਰਤ ਨੂੰ ਸੁਣ ਕੇ ਡਰ ਗਏ, ਕਿਉਂਕਿ ਉਸ ਮਨੀ ਲੈਂਡਰ ਨੇ ਕਿਹਾ ਸੀ ਕਿ ਅਗਰ ਤੂੰ ਆਪਣੀ ਬੇਟੀ ਦਾ ਵਿਆਹ ਮੇਰੇ ਨਾਲ ਕਰ ਦੇਂਗਾ ਤਾਂ ਮੈਂ ਤੇਰਾ ਕਰਜ਼ਾ ਮਾफ़ ਕਰ ਦੂੰਗਾ। ਜਦੋਂ ਕਿਸਾਨ ਤੇ ਉਹਦੀ ਬੇਟੀ ਨਾ ਮੰਨੇ ਤਾਂ ਉਸ ਆੜ੍ਹਤੀਏ ਨੇ ਇੱਕ ਨਵੀਂ ਜੁਗਤ ਲੜਾਈ ਅਤੇ ਕਿਹਾ ਕਿ ਸਭ ਕੁਛ ਪਰਮਾਤਮਾ ਅੱਗੇ ਛੱਡ ਦਿਓ। He told them that he would put a black pebble and a white pebble into an empty money bag. Then the girl would have to pick one pebble from the bag. If she picked the black pebble, she would become the wife and her father's debt would be written off. If she picked the white pebble, she need not marry him and her father's debt would still be written off. ਇਸ ਤਰ੍ਹਾਂ ਉਸ ਆੜ੍ਹਤੀਏ ਨੇ ਉਹਨਾਂ ਨੂੰ ਇੱਕ ਖੇਡ ਵਿੱਚ ਉਲਝਾ ਲਿਆ। ਉਸਨੇ ਕਿਹਾ ਕਿ ਮੈਂ ਇੱਕ ਥੈਲੇ ਵਿੱਚ ਚਿੱਟਾ ਅਤੇ ਕਾਲਾ ਪੱਥਰ ਪਾਵਾਂਗਾ। ਜੇ ਲੜਕੀ ਕਾਲਾ ਪੱਥਰ ਚੱਕ ਲਏਗੀ ਤਾਂ ਉਸ ਨੂੰ ਮੇਰੇ ਨਾਲ ਵਿਆਹ ਕਰਨਾ ਪਏਗਾ ਅਤੇ ਉਸਦੇ ਪਿਤਾ ਦਾ ਕਰਜ਼ਾ ਵੀ ਮਾਫ਼ ਹੋ ਜਾਏਗਾ। ਜੇ ਲੜਕੀ ਚਿੱਟਾ ਪੱਥਰ ਚੱਕ ਲਏਗੀ ਤਾਂ ਉਸਦਾ ਪਿਤਾ ਦਾ ਕਰਜ਼ਾ ਮਾਫ਼ ਹੋ ਜਾਏਗਾ ਅਤੇ ਉਸਨੂੰ ਵਿਆਹ ਵੀ ਨਹੀਂ ਕਰਨਾ ਪਏਗਾ। ਇਸ ਸਾਰੀ ਖੇਡ ਲਈ ਉਸਨੇ ਸਾਰੀ ਪੰਚਾਇਤ ਨੂੰ ਉੱਥੇ ਬੁਲਾ ਲਿਆ। They were standing on a pebble-strewn path in the farmer's field. As they talked, the moneylender bent over to pick up 2 pebbles. As he picked them up, the sharp-eyed girl noticed that he had picked up 2 black pebbles and put them into the bag. He then asked the girl to pick a pebble from the bag. ਫਿਰ ਉਹ ਪੱਥਰਾਂ ਨਾਲ ਭਰੇ ਹੋਏ ਰਸਤੇ 'ਤੇ ਖੜ੍ਹੇ ਸਨ। ਉੱਥੇ ਉਹਨਾਂ ਨੇ ਉਸ ਕਿਸਾਨ ਨੂੰ
ਕਿਹਾ ਕਿ ਹੁਣ ਪੱਥਰ ਪਾਏ ਜਾਣਗੇ ਥੈਲੇ ਦੇ ਵਿੱਚ। ਜਦੋਂ ਹੀ ਉਸਨੇ ਪੱਥਰ ਪਾਉਣ ਦੀ ਕੋਸ਼ਿਸ਼ ਕੀਤੀ, ਲੜਕੀ ਨੇ ਦੇਖਿਆ ਕਿ ਉਸ ਆੜ੍ਹਤੀਏ ਨੇ ਇੱਕ ਚਿੱਟਾ ਅਤੇ ਇੱਕ ਕਾਲਾ ਪੱਥਰ ਨਾ ਪਾ ਕੇ ਦੋਵੇਂ ਕਾਲੇ ਪੱਥਰ ਹੀ ਬੈਗ 'ਚ ਪਾ ਦਿੱਤੇ। ਹੁਣ ਉਸ ਕੁੜੀ ਦੇ ਅੱਗੇ ਇਹ ਚੁਣੌਤੀ ਸੀ ਕਿ ਇਸ ਸਥਿਤੀ ਨੂੰ ਉਹ ਕਿਵੇਂ ਸਵੀਕਾਰ ਕਰੇਗੀ। The girl put her hand into the money bag and drew out a pebble. Without looking at it, she fumbled and let it fall onto the pebble-strewn path, where it immediately became lost among all the other pebbles. "Oh, how clumsy of me," she said. "But never mind. If you look into the bag for the one that is left, you will be able to tell which pebble I picked." ਉਸ ਲੜਕੀ ਨੇ ਧੀਰਜ ਨਹੀਂ ਖੋਇਆ, ਬਲਕਿ ਪੂਰੀ ਸਥਿਤੀ ਨੂੰ ਭਾਂਪਦੇ ਹੋਏ ਲਿਟਰਲ ਥਿੰਕਿੰਗ ਦਾ ਸਹਾਰਾ ਲਿਆ। ਉਸ ਨੇ ਆਪਣਾ ਹੱਥ ਬੈਗ 'ਚ ਪਾਇਆ ਅਤੇ ਇੱਕ ਪੱਥਰ ਕੱਢਿਆ। ਬਿਨਾਂ ਉਹ ਪੱਥਰ ਕਿਸੇ ਨੂੰ ਦਿਖਾਏ ਜਾਂ ਖੁਦ ਦੇਖੇ, ਉਸ ਨੇ ਆਪਣੇ ਹੱਥ ਨੂੰ ਝਟਕਾ ਕੇ ਪੱਥਰ ਨੀਚੇ ਸੁੱਟ ਦਿੱਤਾ ਅਤੇ ਪੱਥਰ ਸਾਰੇ ਪੱਥਰਾਂ 'ਚ ਰਲ ਗਿਆ ਅਤੇ ਗੁਆਚ ਗਿਆ। ਫਿਰ ਉਹ ਆਪਣੇ ਆਪ ਨੂੰ ਨਕਲੀ ਕੋਸਣ ਲੱਗੀ। ਉਸ ਨੇ ਕਿਹਾ ਕਿ ਮੈਂ ਕਿੰਨੀ ਸੁਸਤ ਹਾਂ, ਮੈਂ ਪੱਥਰ ਥੱਲੇ ਗਿਰਾ ਦਿੱਤਾ। ਕੋਈ ਗੱਲ ਨਹੀਂ, ਹਾਲੇ ਵੀ ਇਸ ਦਾ ਇੱਕ ਹੱਲ ਹੈ। Since the remaining black pebble is black, it must be assumed that she had picked the white one. ਤਾਂ ਉਸਨੇ ਕਿਹਾ ਕਿ ਵੇਖੋ, ਥੈਲੀ ਵਿੱਚ ਇੱਕ ਕਾਲਾ ਪੱਥਰ ਹੈ, ਇਸ ਦਾ ਮਤਲਬ ਮੈਂ ਕਿਹੜਾ ਪੱਥਰ ਚੱਕਿਆ ਸੀ? ਚਿੱਟਾ ਪੱਥਰ ਚੱਕਿਆ ਸੀ। Since the moneylender dared not admit his dishonesty, the girl changed the whole situation in her favor, which was extremely advantageous to her. ਇਸ ਤਰ੍ਹਾਂ ਉਸ ਲੜਕੀ ਨੇ ਇੱਕ ਡਰਾਵਨੀ ਸਥਿਤੀ ਨੂੰ ਆਪਣੇ ਹੱਕ ਵਿੱਚ ਕਰ ਲਿਆ, ਕਿਉਂਕਿ ਹੁਣ ਉਹ ਆੜ੍ਹਤੀਆ ਸਭ ਦੇ ਸਾਹਮਣੇ ਆਪਣਾ ਗੁਨਾਹ ਕਬੂਲ ਨਹੀਂ ਕਰ ਸਕਦਾ ਸੀ ਕਿ ਉਸਨੇ ਤਾਂ 2 ਕਾਲੇ ਪੱਥਰ ਪਾਏ ਸੀ। See, the students must note this point that through lateral thinking only, a horrific situation turned into a beneficial situation. ਸਿਰਫ lateral thinking ਦੇ ਨਾਲ ਹੀ ਇੱਕ ਡਰਾਵਨੀ ਸਥਿਤੀ ਸਹੀ ਸਥਿਤੀ 'ਚ ਬਦਲ ਗਈ। What is the outcome? What does this story teach us? ਇਹ ਕਹਾਣੀ ਸਾਨੂੰ ਕੀ ਸਿਖਾ ਰਹੀ ਹੈ ਬੱਚਿਓ? Is it the most complex problems do have a solution? ਕੀ ਬਹੁਤ ਔਖੀਆਂ ਸਥਿਤੀਆਂ ਦੇ ਵੀ ਕੋਈ ਹੱਲ ਹੋ ਸਕਦੇ ਨੇ? It is only that we don't attempt to think in that direction. ਕਿਉਂਕਿ ਅਸੀਂ ਉਸ ਦਿਸ਼ਾ ਦੇ ਵਿੱਚ ਨਹੀਂ ਸੋਚ ਪਾਉਂਦੇ ਤਾਂ ਸਾਨੂੰ ਲੱਗਦਾ ਹੈ ਕਿ ਇਸ ਦਾ ਕੋਈ ਹੱਲ ਨਹੀਂ। It teaches us to think out of the box or think laterally. ਇਸ ਤਰ੍ਹਾਂ ਅਸੀਂ ਬਕਸੇ ਜਾਂ ਆਮ ਸੋਚ ਤੋਂ ਬਾਹਰ ਵੱਖਰਾ ਸੋਚਦੇ ਹਾਂ। Now comes the definition lateral thinking. Lateral thinking is creative or non-linear thinking. Lateral thinking ਦਾ ਮਤਲਬ ਹੈ ਸਿਰਜਨਾਤਮਕ ਸੋਚਣਾ ਜਾਂ ਲੀਕ ਤੋਂ ਹਟ ਕੇ ਸੋਚਣਾ। It is thinking differently or doing something different. ਇਸ ਦਾ ਮਤਲਬ ਹੈ ਕੁਝ ਵੱਖਰਾ ਕਰਨਾ ਜਾਂ ਵੱਖਰਾ ਸੋਚਣਾ। Doing something that might be quite novel and unconventional in nature. ਕੁਝ ਅਜਿਹਾ ਕਰਨਾ ਜੋ ਕਿ ਬਹੁਤ ਹੀ ਨਵਾਂ ਹੋਵੇ ਅਤੇ ਗੈਰ ਪਰੰਪਰਾਗਤ ਹੋਵੇ। According to Edward de Bono, who proposed this notion, intelligence is a potential that all of us have, and thinking is a skill to use that potential well. ਬੁੱਧੀ ਅਜਿਹੀ ਚੀਜ਼ ਹੈ ਜੋ ਪਰਮਾਤਮਾ ਨੇ ਸਭ ਨੂੰ ਦਿੱਤੀ ਹੈ ਅਤੇ ਸਹੀ ਸੋਚ ਨਾਲ ਹੀ ਇਸ ਬੁੱਧੀ ਦਾ ਸਹੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਟ ਚੈਨਲਸ ਅਵਰ ਇੰਟੈਲੀਜੈਂਸ ਐਪਰੋਪ੍ਰੀਏਟਲੀ। ਇਸ ਨਾਲ ਸਾਡੀ ਬੁੱਧੀ ਸਹੀ ਪਾਸੇ ਲੱਗਦੀ ਹੈ। ਵਨ ਮੇ ਬੀ ਅ ਗੁੱਡ ਥਿੰਕਰ ਵਿਦਾਊਟ ਬੀਇੰਗ ਐਨ ਇੰਟੈਲੈਕਚੁਅਲ ਔਰ ਵਾਈਸ ਵਰਸਾ। ਕਈ ਵਾਰ ਲੋਕ ਚੰਗਾ ਸੋਚਦੇ ਹਨ ਪਰ ਹੁਸ਼ਿਆਰ ਨਹੀਂ ਹੁੰਦੇ। ਕਈ ਵਾਰ ਲੋਕ ਹੁਸ਼ਿਆਰ ਤਾਂ ਹੁੰਦੇ ਹਨ ਪਰ ਚੰਗਾ ਨਹੀਂ ਸੋਚਦੇ। ਇਹ ਦੋਵੇਂ ਗੱਲਾਂ ਸੱਚ ਹਨ। The second story given in the text. Here's another story that illustrates the use of lateral thinking. A millionaire named Thomas walked into a popular bank in the middle of New York City and requested to speak to a loan officer. He did not inform the staff of his immense riches, but he simply said that he was going away on business for a few weeks to another country and needed to borrow a small sum of money, $5,000. ਦੂਸਰੀ ਕਹਾਣੀ ਥਾਮਸ ਨਾਂ ਦੇ
ਇੱਕ ਮਿਲੀਨੀਅਰ ਦੀ ਹੈ। ਨਿਊਯਾਰਕ ਸਿਟੀ ਦੇ ਇੱਕ ਮਸ਼ਹੂਰ ਬੈਂਕ ਦੇ ਵਿੱਚ ਉਹ ਕਰਜ਼ਾ ਦੇਣ ਵਾਲੇ ਅਫਸਰ ਕੋਲ ਇੱਕ ਕਰਜ਼ਾ ਮੰਗਣ ਲਈ ਗਿਆ। ਉਸ ਨੇ ਸਟਾਫ 'ਚ ਕਿਸੇ ਨੂੰ ਨਹੀਂ ਦੱਸਿਆ ਕਿ ਉਹ ਕਿੰਨਾ ਅਮੀਰ ਹੈ। ਉਸਨੇ ਸਿਰਫ ਇੰਨਾ ਦੱਸਿਆ ਕਿ ਮੈਂ ਇੱਕ ਵਪਾਰ ਲਈ 2 ਹਫ਼ਤੇ ਲਈ ਦੇਸ਼ ਤੋਂ ਬਾਹਰ ਜਾਣਾ ਹੈ। ਉਸ ਦੇ ਲਈ ਮੈਨੂੰ $5000 ਉਧਾਰ ਚਾਹੀਦੇ ਹਨ। The staff went to work checking out the validity of his ownership, and sure enough, everything was checked out. And of course, which bank was going to turn down $250,000 in collateral security for a mere $5,000 loan? Thomas left the bank with $5,000, and the bank employee took Thomas' key and drove the brand new Ferrari down into the bank's underground garage. He assured Thomas that it would be perfectly safe down there. Thomas left the bank and caught his flight to his faraway land. ਸਟਾਫ ਨੇ ਉਸ ਨੂੰ ਕਿਹਾ ਕਿ ਤੁਹਾਨੂੰ ਕੁਝ ਨਾ ਕੁਝ ਗਿਰਵੀ ਰੱਖਣਾ ਪਏਗਾ। ਥੋਮਸ ਨੇ ਕਿਹਾ ਠੀਕ ਹੈ, ਮੇਰੀ ਬਿਲਕੁਲ ਨਵੀਂ ਫਰਾਰੀ ਹੈ, ਇਸ ਨੂੰ ਰੱਖੋ, ਇਸ ਦੇ ਬਦਲੇ ਮੈਨੂੰ $5000 ਦਿਓ। ਸਟਾਫ ਨੇ ਸਭ ਕੁਝ ਚੈੱਕ ਕੀਤਾ ਅਤੇ ਉਹਨਾਂ ਨੂੰ ਇਤਮੀਨਾਨ ਹੋਇਆ ਅਤੇ ਉਹਨਾਂ ਨੂੰ ਕੀ ਮਾੜਾ ਲੱਗਣਾ ਸੀ ਕਿ ਸਿਰਫ $5000 ਪਿੱਛੇ ਇੱਕ ਫਰਾਰੀ ਉਹਨਾਂ ਕੋਲ ਗਿਰਵੀ ਤੌਰ 'ਤੇ ਆ ਰਹੀ ਸੀ। ਫਰਾਰੀ ਨੂੰ ਗੈਰਾਜ ਦੇ ਵਿੱਚ, ਜੋ ਕਿ ਜ਼ਮੀਨ ਦੇ ਨੀਚੇ ਬਣਿਆ ਹੋਇਆ ਸੀ, ਉੱਥੇ ਸੇਫਲੀ ਖੜ੍ਹਾ ਦਿੱਤਾ ਗਿਆ ਅਤੇ ਉਹਨਾਂ ਨੇ ਥੋਮਸ ਨੂੰ ਕਿਹਾ ਕਿ ਹੁਣ ਇੱਥੇ ਤੁਹਾਡੀ ਕਾਰ ਬਿਲਕੁਲ ਸੁਰੱਖਿਅਤ ਹੈ, ਤੁਸੀਂ ਜਾ ਸਕਦੇ ਹੋ। ਅਤੇ ਇਸ ਤਰ੍ਹਾਂ ਥੋਮਸ ਨੇ ਆਪਣੀ ਫਲਾਈਟ ਲੈ ਲਈ। Anyway, 2 weeks went by, and sure enough, the bank opened Monday morning to see Thomas stroll in and slap the $5,000 he had borrowed back on the counter, plus the interest, which was around $15. The loan officer asked for the car to be brought round to the front of the bank and then asked Thomas a question. Our bank prides itself in details and customer services, he said. And while you were away, we did a background check, it's routine, and discovered you are actually one of the wealthiest men in America. Why on earth you would need to borrow $5,000? It just doesn't make sense. ਉਸ ਤੋਂ ਬਾਅਦ 2 ਹਫ਼ਤੇ ਬੀਤਣ ਤੋਂ ਬਾਅਦ ਮਿਲੀਨੀਅਰ ਵਾਪਸ ਆਇਆ ਅਤੇ ਉਸ ਨੇ ਸੋਮਵਾਰ ਸਵੇਰੇ ਬੈਂਕ ਖੁੱਲ੍ਹਦੇ ਹੀ $5000 ਵਾਪਸ ਕੀਤੇ ਅਤੇ ਉਸ ਦੇ ਨਾਲ $15 ਵੱਖਰੇ ਦਿੱਤੇ, ਜੋ ਕਿ ਉਸ $5000 ਦੇ ਉੱਪਰਲਾ ਵਿਆਜ ਸੀ। ਫਿਰ ਉਸ ਕਰਜ਼ੇ ਵਾਲੇ ਅਧਿਕਾਰੀ ਨੇ ਕਿਹਾ ਕਿ ਸਾਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਮਾਣ ਹੈ ਕਿ ਤੁਸੀਂ ਸਾਡੇ ਗ੍ਰਾਹਕ ਹੋ। ਅਸੀਂ ਪਿੱਛੋਂ ਤੁਹਾਡੇ ਬਾਰੇ ਪਤਾ ਕਰਵਾਇਆ ਤਾਂ ਪਤਾ ਲੱਗਾ ਕਿ ਤੁਸੀਂ ਅਮਰੀਕਾ ਦੇ ਸਭ ਤੋਂ ਅਮੀਰ ਬੰਦਿਆਂ ਵਿੱਚੋਂ ਇੱਕ ਹੋ। ਤੁਹਾਡੇ ਵਰਗੇ ਇੰਨੇ ਵੱਡੇ ਮਿਲੀਨੀਅਰ ਨੂੰ $5000 ਦੀ ਜ਼ਰੂਰਤ ਕਿਉਂ ਪਈ, ਕੁਝ ਸਮਝ ਨਹੀਂ ਆਈ। Thomas smiled, picked up the keys from the counter and said, "Can you tell me another way I could have parked my new Ferrari in the middle of New York for 2 weeks for just $15 and still expect to get it back in top condition?" With that, Thomas walked out of the door and the loan officer smiled a bigger smile. ਇਸ ਗੱਲ ਦੇ ਜਵਾਬ 'ਚ ਥੋਮਸ ਨੇ ਬਹੁਤ ਹੀ ਚੁਸਤੀ ਨਾਲ ਜਵਾਬ ਦਿੱਤਾ ਅਤੇ ਆਪਣੀ ਫਰਾਰੀ ਦੀਆਂ ਚਾਬੀਆਂ ਚੁੱਕੀਆਂ। ਉਸ ਨੇ ਕਿਹਾ ਕਿ ਜੇ ਮੈਂ ਅਜਿਹਾ ਨਾ ਕਰਦਾ, ਕੀ ਤੁਸੀਂ ਮੈਨੂੰ ਕੋਈ ਹੋਰ ਤਰੀਕਾ ਦੱਸ ਸਕਦੇ ਹੋ ਕਿ ਨਿਊਯਾਰਕ ਸ਼ਹਿਰ ਦੇ ਵਿੱਚੋਂ ਵਿੱਚ ਮੈਂ 2 ਹਫ਼ਤੇ ਲਈ ਆਪਣੀ ਨਵੀਂ ਫਰਾਰੀ ਸੁਰੱਖਿਅਤ ਖੜ੍ਹਾ ਜਾਂਦਾ, ਉਹ ਵੀ $15 'ਚ 2 ਹਫ਼ਤੇ ਵਾਸਤੇ, ਅਤੇ ਇੰਨੀ ਵਧੀਆ ਹਾਲਤ 'ਚ ਮੈਨੂੰ ਇਹ ਫਰਾਰੀ ਦੁਬਾਰਾ ਮਿਲ ਜਾਂਦੀ। ਇਹ ਗੱਲ ਸੁਣ ਕੇ ਉਹ ਕਰਜ਼ੇ ਵਾਲਾ ਅਫਸਰ ਹੱਸਣ ਲੱਗਾ। What is the conclusion? ਇਸ ਸਾਰੀ ਚੀਜ਼ ਦਾ ਅੰਤ ਕੀ ਹੈ?
ਕੀ ਨਿਚੋੜ ਕੱਢਦੇ ਅਸੀਂ ਇਸ ਪਾਰਟ ਚੋਂ। Lateral thinking expert Edward de Bono says, with logic, you start with certain ingredients. Just as in chess, you start out with given pieces. But what are those pieces? In most real life situations, the pieces are not given, just assume they are there. We assume certain perception, concepts, and boundaries. One is always confusing conditioned thinking with the creative thinking. De Bono explains that lateral thinking is concerned not with playing with the existing pieces, but with seeking to change these very pieces. It is concerned with the perception part of thinking. ਇਸ ਲਈ ਵਿਦਿਆਰਥੀਓ ਐਡਵਰਡ ਡੀ ਬੋਨੋ ਪੂਰੇ ਪਾਠ ਦੇ ਵਿੱਚ ਵੱਖਰਾ ਸੋਚਣ ਦੀ ਕਲਾ ਦੇ ਉੱਤੇ ਜ਼ੋਰ ਦਿੰਦੇ ਹਨ। ਉਹ ਕਹਿੰਦੇ ਹਨ ਕਿ ਜਦੋਂ ਅਸੀਂ ਤਰਕ ਨਾਲ ਕੁਝ ਚੀਜ਼ਾਂ, ਕੁਝ ਮਸਾਲਾ ਇਕੱਠਾ ਕਰ ਲੈਂਦੇ ਹਾਂ, ਜਿਵੇਂ ਕਿ ਉਹਨਾਂ ਨੇ ਉਦਾਹਰਨ ਦਿੱਤੀ ਹੈ ਇੱਥੇ ਚੈਸ ਦੀ। ਚੈਸ ਯਾਨੀ ਕਿ ਸ਼ਤਰੰਜ। ਸ਼ਤਰੰਜ ਦੇ ਵਿੱਚ ਤੁਹਾਨੂੰ ਪਤਾ ਹੋਏਗਾ ਕਿ ਤੁਹਾਡੇ ਸਾਹਮਣੇ ਦੋ ਸੈਨਾਵਾਂ ਖੜੀਆਂ ਹੁੰਦੀਆਂ ਹਨ ਅਤੇ ਉਹ ਹਰ ਇੱਕ ਪੀਸ ਇੱਕ ਇੱਕ ਪਛਾਣ ਰੱਖਦਾ ਹੈ ਅਤੇ ਹਰ ਇੱਕ ਪੀਸ ਦੀ ਆਪਣੀ ਇੱਕ ਚਾਲ ਹੁੰਦੀ ਹੈ। ਆਮ ਜ਼ਿੰਦਗੀ ਦੇ ਵਿੱਚ ਸਾਨੂੰ ਇਸ ਤਰ੍ਹਾਂ ਦੇ ਕੋਈ ਵੀ ਮੋਹਰੇ ਦੇਖਣ ਨੂੰ ਨਹੀਂ ਮਿਲਦੇ। ਆਮ ਜ਼ਿੰਦਗੀ ਦੇ ਵਿੱਚ ਸਾਨੂੰ ਆਪਣੀ ਸੋਚ ਨਾਲ ਇਸ ਤਰ੍ਹਾਂ ਦੀ ਕਲੈਰਿਟੀ, ਇਸ ਤਰ੍ਹਾਂ ਦੀ ਸਹੀ ਨਜ਼ਰ ਲਿਆਉਣੀ ਪੈਂਦੀ ਹੈ। ਇਹ 3 ਚੀਜ਼ਾਂ ਨਾਲ ਸੰਭਵ ਹੈ। ਪਹਿਲਾ ਪਰਸੈਪਸ਼ਨ ਹੁੰਦਾ ਹੈ ਪੁਨਰ ਆਭਾਸ, ਕਿਸੇ ਸਥਿਤੀ ਦੇ ਆਉਣ ਤੋਂ ਪਹਿਲਾਂ ਉਹਦੇ ਬਾਰੇ ਅੰਦਾਜ਼ਾ ਲਾਉਣਾ। ਦੂਸਰਾ ਹੈ ਕੌਨਸੈਪਟਸ, ਉਸ ਸਥਿਤੀ ਬਾਰੇ ਜੋ ਕੁਝ ਵੀ ਗੱਲਾਂ ਹਨ ਉਹ ਤੁਹਾਨੂੰ ਪੂਰੀ ਤਰ੍ਹਾਂ ਪਤਾ ਹੋਣ। ਐਂਡ ਬਾਊਂਡਰੀਜ਼, ਹੱਦਾਂ ਕੀ ਹਨ, ਲਿਮੀਟੇਸ਼ਨਸ ਕੀ ਹਨ। ਅਕਸਰ ਲੋਕ ਕੰਡੀਸ਼ਨ ਥਿੰਕਿੰਗ ਨੂੰ ਕ੍ਰੀਏਟਿਵ ਥਿੰਕਿੰਗ ਨਾਲ ਉਲਝਾ ਲੈਂਦੇ ਹਨ। ਕੰਡੀਸ਼ਨ ਥਿੰਕਿੰਗ ਦਾ ਮਤਲਬ ਕੀ ਹੁੰਦਾ ਬੱਚਿਓ? ਜਦੋਂ ਸਾਨੂੰ ਕੋਈ ਕੰਮ ਵਾਰ-ਵਾਰ ਕਰਵਾ ਕੇ ਉਸ ਦੀ ਆਦਤ ਪਾ ਦਿੱਤੀ ਜਾਂਦੀ ਹੈ। ਸੋ ਜੋ ਆਦਤਨ ਸੋਚ ਹੁੰਦੀ ਹੈ ਉਹ ਸਿਰਜਣਾਤਮਕ ਸੋਚ ਨਹੀਂ ਹੁੰਦੀ। ਸਿਰਜਣਾਤਮਕ ਸੋਚ ਹਮੇਸ਼ਾ ਬਿਨਾਂ ਕਿਸੇ ਆਦਤ ਅਤੇ ਬਿਨਾਂ ਕਿਸੇ ਦਬਾਅ ਤੋਂ ਹੁੰਦੀ ਹੈ। ਇਸ ਲਈ ਡੀ ਬੋਨੋ ਕੀ ਕਹਿੰਦੇ ਹਨ ਕਿ ਸਾਨੂੰ ਸਿਰਫ ਇਹੀ ਨਹੀਂ ਕਿ ਜਿਵੇਂ ਵੀ ਸਥਿਤੀ ਆ ਗਈ ਅਤੇ ਜਿਵੇਂ ਵੀ ਮੋਹਰੇ ਮਿਲ ਗਏ ਉਵੇਂ ਹੀ ਖੇਡਣ ਲੱਗ ਪਓ। ਸਾਡੇ ਅੰਦਰ ਇੱਕ ਕਲਾ ਹੋਣੀ ਚਾਹੀਦੀ ਹੈ ਕਿ ਅਸੀਂ ਇਹਨਾਂ ਮੋਹਰਿਆਂ ਨੂੰ, ਇਹਨਾਂ ਸਥਿਤੀਆਂ ਨੂੰ ਬਦਲ ਸਕੀਏ। ਇਸ ਲਈ ਲੇਟਰਲ ਥਿੰਕਿੰਗ ਜਾਂ ਕ੍ਰੀਏਟਿਵ ਥਿੰਕਿੰਗ ਦਾ ਅਸਲ ਕੰਮ ਕੀ ਹੈ ਕਿ ਸਥਿਤੀ ਦੇ ਆਉਣ ਤੋਂ ਪਹਿਲਾਂ ਹੀ ਉਸ ਸਥਿਤੀ ਬਾਰੇ ਅੰਦਾਜ਼ਾ ਲਗਾ ਕੇ ਉਸ ਦੇ ਉੱਤੇ ਗੌਰ ਕਰਨਾ। ਲੈਟਸ ਗੋ ਥਰੂ ਦ ਗਲੋਸਰੀ ਆਫ thinking out of the box, lateral thinking. Word number 1 is fancied. It means took a liking for. The sentence here is the film star fancied designer suits. Fancied ਦਾ ਮਤਲਬ ਹੈ ਜਦੋਂ ਅਸੀਂ ਕਿਸੇ ਚੀਜ਼ ਦੇ ਖਾਬ ਲੈਂਦੇ ਹਾਂ। Number 2, forego. To give up or do without. He will have to forego the pleasure of attending the lecture as he is unwell. Forego ਹੁੰਦਾ ਹੈ ਕਿਸੇ ਚੀਜ਼ ਨੂੰ ਜਦੋਂ ਸਾਨੂੰ ਛੱਡਣਾ ਪੈਂਦਾ ਹੈ। Number 3, providence. It refers to God. The doctors have everything possible for him. The rest is left to providence. Providence ਦਾ ਮਤਲਬ ਹੈ ਪਰਮਾਤਮਾ ਜਾਂ ਅਕਾਲ ਪੁਰਖ। Number 4, collateral. It means property acceptable as a security for a loan or other obligation. My brother decided to put up his flat as collateral security to get a loan. Collateral ਦਾ ਮਤਲਬ ਹੈ ਜਦੋਂ ਕੋਈ ਕਰਜ਼ਾ ਲੈਣ ਦੇ ਬਦਲੇ ਸਾਨੂੰ ਆਪਣੀ ਕੋਈ ਨਾ ਕੋਈ ਜਾਇਦਾਦ ਗਿਰਵੀ ਰੱਖਣੀ ਪੈਂਦੀ ਹੈ। Number 5, pebble. It means a smooth, round stone that is found in or near water. Pebble ਦਾ ਮਤਲਬ ਹੈ
पानी दे नज़दीक मिलन वाले गोल गोल पत्थर। Number 6, strewn. Strewn. It means to cover a surface with things or scatter. Clothes were strewn across the floor. Strewn मतलब ਜਦੋਂ ਕੋਈ ਚੀਜ਼ ਕਿਤੇ ਖਿੰਡੀ ਹੋਵੇ ਸਾਰੇ ਪਾਸੇ। Number 7, ponder. Ponder. It means to think about something carefully for a period of time or consider. She pondered over his words. Ponder ਦਾ ਮਤਲਬ ਕਿਸੇ ਚੀਜ਼ ਨੂੰ ਕੁਝ ਸਮੇਂ ਵਾਸਤੇ ਧਿਆਨ ਨਾਲ ਸੋਚਣਾ, ਉਸ 'ਤੇ ਵਿਚਾਰ ਕਰਨਾ। Number 8, dilemma. Dilemma. A situation which makes problems, often one in which you have to make a very difficult choice between things of equal importance or predicament. Dilemma ਦਾ ਮਤਲਬ ਹੈ ਅਜਿਹੀ ਸਥਿਤੀ ਜਿੱਥੇ ਦੋ ਚੀਜ਼ਾਂ ਦੇ ਵਿਚਕਾਰ ਸਾਨੂੰ ਫੈਸਲਾ ਲੈਣਾ ਔਖਾ ਹੋ ਜਾਏ, ਕਿਉਂਕਿ ਉਹਨਾਂ ਦੋਵਾਂ ਚੀਜ਼ਾਂ ਦਾ ਦੋਵਾਂ ਸਥਿਤੀਆਂ ਦਾ ਮਹੱਤਵ ਇੱਕੋ ਜਿਹਾ ਹੁੰਦਾ ਹੈ। Number 9, fumble. Fumble. To use your hand in an awkward way when you are doing something or looking for something. She fumbled in her pocket for a handkerchief. Fumble ਦਾ ਮਤਲਬ ਹੈ ਜਦੋਂ ਅਸੀਂ ਅਜੀਬੋ-ਗਰੀਬ ਸਥਿਤੀ ਵਿੱਚ ਫਸ ਜਾਂਦੇ ਹਾਂ ਜਾਂ ਕੁਝ ਲੱਭ ਰਹੇ ਹੁੰਦੇ ਹਾਂ। Number 10, clumsy. Clumsy means moving or doing things in a very awkward way. His clumsy fingers could not untie the knot. Clumsy ਦਾ ਮਤਲਬ ਹੈ ਜਦੋਂ ਅਸੀਂ ਕਿਸੇ ਕੰਮ ਨੂੰ ਥੋੜ੍ਹੇ ਅਜੀਬ ਅਤੇ ਸੁਸਤ ਤਰੀਕੇ ਨਾਲ ਕਰਦੇ ਹਾਂ। Number 11, Edward de Bono. He was a famous professor at Oxford. A PhD in psychology, he wrote more than 40 books. He is known for propagating the art of lateral thinking. Edward de Bono, ਜਿਨ੍ਹਾਂ ਨੇ ਕਿ ਇਸ ਪਾਠ ਨੂੰ ਲਿਖਿਆ ਹੈ ਜੋ ਕਿ ਇੱਕ ਇੰਟਰਨੈਟ ਆਰਟੀਕਲ ਰੂਪ ਵਿੱਚ ਲਿਖਿਆ ਗਿਆ ਸੀ। ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਬਹੁਤ ਮਸ਼ਹੂਰ ਪ੍ਰੋਫੈਸਰ ਸਨ। ਉਹਨਾਂ ਨੇ ਮਨੋਵਿਗਿਆਨ ਦੇ ਵਿੱਚ PhD ਕੀਤੀ ਹੋਈ ਸੀ ਅਤੇ 40 ਤੋਂ ਵੱਧ ਕਿਤਾਬਾਂ ਲਿਖੀਆਂ ਸਨ। ਉਹਨਾਂ ਦੀ ਖਾਸੀਅਤ ਇਹ ਹੈ ਕਿ ਉਹਨਾਂ ਨੇ ਵੱਖਰਾ ਸੋਚਣ ਦੇ ਕਲਾ ਦੇ ਉੱਤੇ ਬਹੁਤ ਕੰਮ ਕੀਤਾ ਅਤੇ ਕਿਤਾਬਾਂ ਲਿਖੀਆਂ। Number 12, stroll. Stroll. To walk in a leisurely way. We enjoyed a leisurely stroll on Sunday morning. Stroll ਮਤਲਬ ਵੇਲ ਸਮੇਂ ਘੁੰਮਣਾ ਫਿਰਨਾ। Number 13, be all the rage. It means to be very popular. ਜਦੋਂ ਕੋਈ ਬਹੁਤ ਮਸ਼ਹੂਰ ਹੋ ਜਾਂਦਾ ਹੈ। Number 14, lateral thinking. Lateral thinking. A way of solving problems by using your imagination to find new ways of looking at the problem. ਇਸ ਦਾ ਮਤਲਬ ਹੈ ਕਿਸੇ ਵੀ ਸਮੱਸਿਆ ਭਰੀ ਸਥਿਤੀ ਨੂੰ ਨਵੇਂ ਅਤੇ ਵੱਖਰੇ ਤਰੀਕੇ ਨਾਲ ਦੇਖਣਾ ਅਤੇ ਆਪਣੀ ਕਲਪਨਾ ਦੁਆਰਾ ਉਸ ਦਾ ਕੋਈ ਨਾ ਕੋਈ ਹੱਲ ਲੱਭਣ ਦੀ ਕੋਸ਼ਿਸ਼ ਕਰਨਾ। Let's quickly go through the comprehension on the basis of the chapter that we have read, that is chapter number 3, lateral thinking. The first part is answer the following questions in 10 to 15 words each. Question number 1. What was the proposal given to the poor farmer by the money lender? ਜੋ ਆੜਤੀਆ ਸੀ ਉਸਨੇ ਕਿਸਾਨ ਦੇ ਅੱਗੇ ਕੀ ਪ੍ਰਸਤਾਵ ਰੱਖਿਆ?
He said that he would forego the farmer's debt if he could marry the farmer's daughter. ਉਸ ਆੜਤੀਏ ਦੀ ਨਜ਼ਰ ਕਿਸਾਨ ਦੀ ਬੇਟੀ 'ਤੇ ਸੀ। ਉਸ ਨੇ ਕਿਹਾ ਜੇ ਉਹ ਆਪਣੀ ਬੇਟੀ ਦਾ ਵਿਆਹ ਮੇਰੇ ਨਾਲ ਕਰ ਦੇਗਾ ਤਾਂ ਮੈਂ ਉਸ ਦਾ ਕਰਜ਼ਾ ਮਾਫ਼ ਕਰ ਦਊਂਗਾ। Number 2. What would have happened if the girl had selected a black pebble in a pebble game? ਅਗਰ ਉਹ ਲੜਕੀ ਪੱਥਰਾਂ ਵਾਲੀ ਖੇਡ ਦੇ ਵਿੱਚੋਂ ਕਾਲਾ ਪੱਥਰ ਚੁੱਕਦੀ ਤਾਂ ਉਸ ਦੇ ਨਾਲ ਕੀ ਵਾਪਰਨਾ ਸੀ? If she picked the black pebble, she would become his wife and her father's debt would be written off. If she picked the white pebble, she need not marry him and her father's debt would still be written off. ਸੋ ਉਸ ਲੜਕੀ ਨੇ ਜੇ ਕਾਲਾ ਪੱਥਰ ਚੱਕਣਾ ਸੀ ਤਾਂ ਉਸ ਨੂੰ ਉਸ ਆੜ੍ਹਤੀ ਨਾਲ ਵਿਆਹ ਕਰਨਾ ਪੈਣਾ ਸੀ ਅਤੇ ਉਸਦੇ ਪਿਤਾ ਜੀ ਦਾ ਕਰਜ਼ਾ ਮਾਫ਼ ਹੋ ਜਾਣਾ ਸੀ। ਜੇ ਉਹ ਚਿੱਟਾ ਪੱਥਰ ਚੱਕਦੀ ਤਾਂ ਉਸ ਨੂੰ ਵਿਆਹ ਨਾ ਕਰਨਾ ਪੈਂਦਾ ਪਰ ਕਰਜ਼ਾ ਫਿਰ ਵੀ ਮਾਫ਼ ਹੋ ਜਾਂਦਾ। Number 3. What trick did the moneylender cunningly play to win the game? ਇਸ ਸਾਰੀ ਖੇਡ ਦੇ ਵਿੱਚ ਉਸ ਆੜ੍ਹਤੀਏ ਨੇ ਚਲਾਕੀ ਅਤੇ ਧੁਰਤਤਾ ਨਾਲ ਕੀ ਖੇਡ ਖੇਡੀ? He was to put a black pebble and a white pebble as per the rule of the game, but he cunningly put 2 black pebbles. ਉਸ ਨੇ ਧੁਰਤਤਾ ਕੀਤੀ ਕਿ ਖੇਡ ਦੇ ਨਿਯਮਾਂ ਮੁਤਾਬਕ ਉਸ ਨੇ ਇੱਕ ਕਾਲਾ ਪੱਥਰ ਅਤੇ ਇੱਕ ਚਿੱਟਾ ਪੱਥਰ ਉਸ ਨੂੰ ਉਸ ਥੈਲੇ 'ਚ ਪਾਉਣਾ ਸੀ ਪਰ ਉਸਨੇ ਚਲਾਕੀ ਨਾਲ ਦੋਨੋਂ ਹੀ ਕਾਲੇ ਪੱਥਰ ਉਹਦੇ ਵਿੱਚ ਪਾ ਦਿੱਤੇ। Number 4. How did the girl intelligently win? ਉਹ ਲੜਕੀ ਚੁਸਤੀ ਨਾਲ ਅਤੇ ਆਪਣੀ ਬੁੱਧੀ ਦਾ ਇਸਤੇਮਾਲ ਕਰਦੇ ਹੋਏ ਕਿਵੇਂ ਜਿੱਤ ਗਈ? The girl put her hand into the money bag and drew out a pebble. ਉਸ ਲੜਕੀ ਨੇ ਉਸ ਧਨ ਵਾਲੇ ਥੈਲੇ ਦੇ ਵਿੱਚ ਆਪਣਾ ਹੱਥ ਪਾਇਆ ਅਤੇ ਇੱਕ ਪੱਥਰ ਕੱਢਿਆ। Without looking at it, she fumbled and let it fall onto the pebble-strewn path, where it immediately became lost among all the other pebbles. ਫਿਰ ਉਸ ਤੋਂ ਬਾਅਦ ਉਸਨੇ ਆਪਣੇ ਹੱਥ ਨੂੰ ਅਜੀਬ ਜਿਹੇ ਤਰੀਕੇ ਨਾਲ ਝਟਕਾ ਦਿੱਤਾ ਅਤੇ ਪੱਥਰ ਨੂੰ ਜਾਣ-ਬੁੱਝ ਕੇ ਰਸਤੇ 'ਤੇ ਡਿੱਗਣ ਦਿੱਤਾ। ਇਹ ਰਸਤਾ ਪਹਿਲਾਂ ਹੀ ਉਸ ਤਰ੍ਹਾਂ ਦੇ ਪੱਥਰਾਂ ਨਾਲ ਭਰਿਆ ਹੋਇਆ ਸੀ ਅਤੇ ਇਸ ਤਰ੍ਹਾਂ ਉਹਦੇ ਹੱਥ ਵਾਲਾ ਪੱਥਰ ਪੱਥਰਾਂ ਵਿੱਚ ਹੀ ਰੁਲ ਗਿਆ। What do you understand by the term lateral thinking after reading the chapter? ਇਸ ਪਾਠ ਨੂੰ ਪੜ੍ਹਨ ਤੋਂ ਬਾਅਦ ਤੁਹਾਨੂੰ lateral thinking ਸ਼ਬਦ ਦਾ ਕੀ ਅਰਥ ਸਮਝ ਆਇਆ? Lateral thinking is creative or non-linear thinking. It is thinking differently or doing something different. Doing something that might be quite novel and unconventional in nature. Lateral thinking ਦਾ ਇੱਥੇ ਮਤਲਬ ਹੈ ਸਿਰਜਨਾਤਮਕ ਸੋਚ ਤੋਂ। ਇਹ ਨੋਨ ਲੀਨੀਅਰ ਹੁੰਦੀ ਹੈ। ਇੱਕ ਰੇਖਾ ਦੇ ਵਿੱਚ ਜਿਵੇਂ ਸਾਰੇ ਲੋਕ ਸੋਚਦੇ ਹਨ ਉਸ ਤੋਂ ਵੱਖਰੀ ਲੀਕ ਤੋਂ ਹਟ ਕੇ ਇੱਕ ਸੋਚ ਹੁੰਦੀ ਹੈ। ਇਸ ਦਾ ਮਤਲਬ ਹੈ ਵੱਖਰਾ ਸੋਚਣਾ ਜਾਂ ਕੁਝ ਇੰਨਾ ਵੱਖਰਾ ਕਰਨਾ ਜੋ ਕਿ ਬਿਲਕੁਲ ਨਵਾਂ ਹੋਵੇ ਅਤੇ ਅਨਕਨਵੈਨਸ਼ਨਲ ਯਾਨੀ ਕਿ ਹੁਣ ਤੱਕ ਲੋਕਾਂ ਦੁਆਰਾ ਆਮ ਤੌਰ 'ਤੇ ਨਾ ਕੀਤਾ ਜਾਂਦਾ ਹੋਵੇ। Number 6. What was Edward de Bono's notion about lateral thinking? ਲੇਟਰਲ ਥਿੰਕਿੰਗ ਦੇ ਬਾਰੇ ਐਡਵਰਡ ਡੀ ਬੋਨੋ ਨੇ ਕੀ ਵਿਚਾਰਧਾਰਾ ਬਣਾ ਰੱਖੀ ਸੀ? According to Edward de Bono, intelligence is a potential that all of us have and thinking is a skill to use the potential well. ਐਡਵਰਡ ਡੀ ਬੋਨੋ ਦੇ ਅਨੁਸਾਰ ਬੁੱਧੀ ਅਜਿਹੀ ਇੱਕ ਸਮਰੱਥਾ ਹੈ ਜਿਹੜੀ ਸਾਡੇ ਸਾਰਿਆਂ ਕੋਲ ਹੈ ਪਰ ਇਸ ਬੁੱਧੀ ਨੂੰ ਇਸਤੇਮਾਲ ਕਰਨ ਦੀ ਕਲਾ ਸਿਰਫ ਸਹੀ ਸੋਚ ਨਾਲ ਆਉਂਦੀ ਹੈ। It channels our intelligence appropriately. ਜਦੋਂ ਅਸੀਂ ਆਪਣੀ ਬੁੱਧੀ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਦੇ ਹਾਂ ਤਾਂ ਇਸ ਦੇ ਨਾਲ ਸਾਡੀ ਇਸ ਸਮਰੱਥਾ ਦਾ ਸਹੀ ਦਿਸ਼ਾ 'ਚ ਵਿਕਾਸ ਹੁੰਦਾ ਹੈ। One may be a good thinker without being an intellectual and vice versa. ਕੋਈ ਇਨਸਾਨ ਹੋ ਸਕਦਾ ਹੈ ਕਿ ਬਹੁਤ ਚੰਗਾ ਸੋਚਦਾ ਹੋਵੇ, ਬੁੱਧੀ ਘੱਟ ਹੋਣ ਦੇ ਬਾਵਜੂਦ ਵੀ ਉਹ ਚੰਗੇ ਕੰਮ ਕਰ ਸਕਦਾ ਹੈ। ਕਈ ਵਾਰ ਇਸ ਦਾ ਉਲਟ ਵੀ ਹੁੰਦਾ ਹੈ ਕਿ ਕੋਈ ਇਨਸਾਨ ਕੋਲ ਬੁੱਧੀ ਬਹੁਤ ਜ਼ਿਆਦਾ ਹੁੰਦੀ ਹੈ ਪਰ ਉਹ ਚੰਗਾ ਨਹੀਂ ਸੋਚਦਾ ਅਤੇ ਅਜਿਹੇ ਲੋਕ ਆਪਣੀ ਬੁੱਧੀ ਨੂੰ ਅਪਰਾਧਾਂ ਵਿੱਚ ਵੀ ਲਾ ਸਕਦੇ ਹਨ। Number 7. What did the millionaire not reveal
I'm sorry, why did the millionaire not reveal the fact of his affluence to the bank officials? ਉਸ ਮਿਲੀਨੀਅਰ ਨੇ ਬੈਂਕ ਦੇ ਅਧਿਕਾਰੀਆਂ ਨੂੰ ਇਹ ਕਿਉਂ ਨਹੀਂ ਦੱਸਿਆ ਕਿ ਉਹ ਕਿੰਨਾ ਅਮੀਰ ਹੈ? If he revealed that he was so rich, the officials may have asked many unnecessary questions. His time was precious. ਉਸ ਮਿਲੀਨੀਅਰ ਨੇ ਫੌਰਨ ਦੇਸ਼ ਤੋਂ ਬਾਹਰ ਜਾਣਾ ਸੀ। ਜੇ ਉਹ ਇਹ ਦੱਸਣ ਬੈਠ ਜਾਂਦਾ ਕਿ ਮੈਂ ਕਿੰਨਾ ਅਮੀਰ ਹਾਂ ਅਤੇ ਸਿਰਫ 5000 ਦਾ ਕਰਜ਼ਾ ਲੈ ਰਿਹਾ ਹਾਂ, ਤਾਂ ਕਈ ਤਰ੍ਹਾਂ ਦੇ ਗੈਰ ਜ਼ਰੂਰੀ ਸਵਾਲਾਂ ਦੇ ਜਵਾਬ ਦੇਣ ਵਿੱਚ ਹੀ ਉਹ ਲੇਟ ਹੋ ਜਾਂਦਾ। Number 8. Why was the loan officer amazed to know that Thomas had borrowed a loan for $5,000? ਲੋਨ ਆਫਿਸਰ ਜੋ ਅਧਿਕਾਰੀ ਸੀ ਕਰਜ਼ਾ ਦੇਣ ਵਾਲਾ, ਉਹ ਇੰਨਾ ਹੱਕਾ ਬੱਕਾ ਕਿਉਂ ਹੋ ਗਿਆ ਕਿ ਥੋਮਸ ਨੇ $5,000 ਦਾ ਲੋਨ ਲਿਆ? When the loan officer came to know that millionaire borrowed only $5,000 from their bank, he was amazed. ਜਦੋਂ ਉਸ ਕਰਜ਼ਾ ਅਧਿਕਾਰੀ ਨੇ ਦੇਖਿਆ ਕਿ ਇੱਕ ਮਿਲੀਅਨਰ ਬੰਦਾ ਸਾਡੇ ਤੋਂ ਸਿਰਫ $5,000 ਦਾ ਕਰਜ਼ਾ ਲੈ ਰਿਹਾ, ਤਾਂ ਉਹ ਹੈਰਾਨ ਰਹਿ ਗਿਆ। Question number 9. What was the millionaire's trick in borrowing the loan? ਫਿਰ ਉਸ ਮਿਲੀਅਨਰ ਨੇ ਇਹ ਲੋਨ ਲਿਆ ਹੀ ਕਿਉਂ ਸੀ? ਇਸ ਦੇ ਵਿੱਚ ਉਸ ਦੀ ਕੀ ਖੇਡ ਸੀ? By borrowing only $5,000 and got a cheap and safe parking of his new Ferrari in the middle of New York for 2 weeks for just $15. $5,000 ਦੇ ਬਦਲੇ ਉਸ ਨੂੰ ਆਪਣੀ ਨਵੀਂ ਫਰਾਰੀ ਲਈ ਸਿਰਫ $15 15 ਦਿਨ ਦੇ ਹਿਸਾਬ ਨਾਲ ਨਿਊਯਾਰਕ ਦੇ ਵਿੱਚੋਂ ਵਿੱਚ ਇੱਕ ਬਿਲਕੁਲ ਸਸਤੀ ਅਤੇ ਸੁਰੱਖਿਅਤ ਪਾਰਕਿੰਗ ਮਿਲ ਗਈ ਸੀ, ਉਹ ਵੀ 2 ਹਫ਼ਤੇ ਲਈ। Now switching over to the second part, answer the following questions in 50 to 60 words each. Question number 1. How was lateral thinking fruitful in the field of cricket? ਇਸ ਵੱਖਰੀ ਸੋਚ ਨਾਲ ਕ੍ਰਿਕਟ ਦੇ ਖੇਤਰ ਦੇ ਵਿੱਚ ਕੀ ਨਵੀਨਤਾ ਆਈ? In cricket, Gary Packer introduced day-or-night matches and colorful balls and clothing, a departure from tradition that became so successful that the whole world of cricket adopted it. ਜਦੋਂ ਕ੍ਰਿਕਟ ਪੁਰਾਣੇ ਸਮੇਂ 'ਚ ਚੱਲਦੀ ਸੀ ਤਾਂ ਸਿਰਫ ਦਿਨ ਵੇਲੇ ਮੈਚ ਖੇਡਿਆ ਜਾਂਦਾ ਸੀ। ਟੈਸਟ ਮੈਚਿਸ ਹੁੰਦੇ ਸਨ ਜੋ ਕਈ ਦਿਨ ਚੱਲਦੇ ਸਨ ਅਤੇ ਦੋਵੇਂ ਹੀ ਟੀਮਾਂ ਸਿਰਫ ਸਫੈਦ ਕੱਪੜੇ ਪਾਉਂਦੀਆਂ ਸਨ ਅਤੇ ਬਾਲ ਵੀ ਸਫੈਦ ਹੁੰਦੀ ਸੀ। ਲੇਕਿਨ ਕ੍ਰਿਕਟ ਦੇ ਵਿੱਚ ਕੈਰੀ ਪੈਕਰ ਨਾਂ ਦੇ ਵਿਅਕਤੀ ਨੇ ਦਿਨ ਅਤੇ ਰਾਤ ਦੋਵੇਂ ਸਮੇਂ ਖੇਡੇ ਜਾਣ ਵਾਲੇ ਮੈਚਿਸ ਨੂੰ ਸਥਾਨ ਦਿਵਾਇਆ। ਉਹਨਾਂ ਨੇ ਰੰਗ ਬਰੰਗੀਆਂ ਬਾਲਸ ਵੀ ਚਲਵਾਈਆਂ ਅਤੇ ਟੀਮਸ ਵੀ ਵੱਖੋ ਵੱਖਰੇ ਰੰਗਾਂ ਦੇ ਕੱਪੜੇ ਪਹਿਨਣ ਲੱਗੀਆਂ। ਸਾਰੀ ਦੁਨੀਆ ਨੂੰ ਇਹ ਚੀਜ਼ ਬੜੀ ਪਸੰਦ ਆਈ ਅਤੇ ਕ੍ਰਿਕਟ ਦੇ ਵਿੱਚ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਕੱਪੜੇ ਅਤੇ ਬਾਲਸ ਰੰਗ ਬਿਰੰਗੀਆਂ ਹੁੰਦੀਆਂ ਹਨ। ਆਸਟ੍ਰੇਲੀਆ recently experimented with 2 different captains for the test and one-day matches. Nowadays, the T20 matches have become a rage. ਆਸਟ੍ਰੇਲੀਆ ਨੇ ਇੱਕ ਹੋਰ ਵੱਖਰਾ ਤਜਰਬਾ ਕੀਤਾ। ਉਹਨਾਂ ਨੇ ਆਪਣੇ ਟੈਸਟ ਮੈਚਿਸ ਲਈ ਇੱਕ ਅਲੱਗ ਕਪਤਾਨ ਰੱਖਿਆ ਅਤੇ ਇੱਕ ਦਿਨਾਂ ਮੈਚਿਸ ਲਈ ਅਲੱਗ ਕਪਤਾਨ ਰੱਖਿਆ ਅਤੇ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਕਿ T20 ਮੈਚਿਸ ਸਾਰੇ ਲੋਕਾਂ ਨੂੰ ਬਹੁਤ ਪਸੰਦ ਆ ਰਹੇ ਹਨ। Question number 2. How did the moneylenders attempt to win the hand of the farmer's daughter go in vain? ਉਸ ਆੜ੍ਹਤੀਏ ਨੇ ਬਹੁਤ ਸਾਰੀਆਂ ਤਰਕੀਬਾਂ ਕੀਤੀਆਂ ਕਿ ਕਿਸੇ ਤਰ੍ਹਾਂ ਕਿਸਾਨ ਦੀ ਬੇਟੀ ਨਾਲ ਵਿਆਹ ਹੋ ਜਾਏ, ਪਰ ਉਹ ਅਸਫਲ ਕਿਉਂ ਹੋ ਗਿਆ? The girl saw him putting 2 black pebbles in the bag. ਲੜਕੀ ਨੇ ਵੇਖ ਲਿਆ ਸੀ ਕਿ ਉਸਨੇ ਉਸ ਥੈਲੇ 'ਚ 2 ਕਾਲੇ ਪੱਥਰ ਪਾਏ ਹਨ। She found a solution by non-linear thinking. ਤਾਂ ਉਸਨੇ ਵੱਖਰਾ ਸੋਚਦੇ ਹੋਏ ਇਸ ਸਮੱਸਿਆ ਨੂੰ ਹੱਲ ਕਰ ਲਿਆ। She put her hand into the money bag and drew out the pebble. ਉਸਨੇ ਆਪਣਾ ਹੱਥ ਉਸ ਥੈਲੇ 'ਚ ਪਾਇਆ ਅਤੇ ਇੱਕ ਪੈਬਲ ਕੱਢਿਆ। Without looking at it, she fumbled and let it fall onto the pebble-strewn path, where it immediately became lost among all the other pebbles. ਕਿਉਂਕਿ ਦੋਵੇਂ ਕਾਲੇ ਪੱਥਰ ਸਨ ਅਤੇ ਜੇ ਇੱਕ ਪੱਥਰ ਨੀਚੇ ਡਿੱਗ ਕੇ ਗਵਾਚ ਜਾਂਦਾ ਤਾਂ ਇਹ ਸਾਬਿਤ ਹੋ ਜਾਂਦਾ ਕਿ ਜੋ ਡਿੱਗਿਆ ਹੈ ਉਹ ਚਿੱਟਾ ਪੱਥਰ ਸੀ। ਤਾਂ ਕਿਸਾਨ ਦੀ ਇਸ ਚਲਾਕੀ ਦਾ ਜਵਾਬ ਕੁੜੀ ਨੇ ਇਸੇ ਤਰ੍ਹਾਂ ਦਿੱਤਾ। ਉਸਨੇ ਕਾਲਾ ਪੱਥਰ ਚੱਕਿਆ, ਜਾਣ ਬੁੱਝ ਕੇ ਇਸ ਨੂੰ ਗਿਰਾਇਆ ਅਤੇ ਥੱਲੇ ਪੱਥਰਾਂ ਦੇ ਵਿੱਚ ਰਲਾ ਦਿੱਤਾ।
In this way, the money lender's attempt failed. ਇਸ ਤਰ੍ਹਾਂ ਕਿਸਾਨ ਦੀ ਜਿਹੜੀ ਚਲਾਕੀ ਸੀ ਉਹ ਫੇਲ ਹੋ ਗਈ। Write a note on the theme of the chapter lateral thinking. Lateral thinking part ਦਾ ਜੋ ਨਿਚੋੜ ਨਿਕਲਦਾ ਹੈ ਉਸ ਦੇ ਬਾਰੇ ਦੱਸੋ। Lateral thinking means thinking differently. Lateral thinking ਦਾ ਮਤਲਬ ਹੈ ਵੱਖਰਾ ਸੋਚਣਾ। It involves creativity and innovation. ਇਸ ਦਾ ਮਤਲਬ ਹੈ ਕੁਝ ਨਵੀਂ ਸੋਚ ਸਿਰਜਣਾ ਜਾਂ ਕੁਝ ਨਵੀਂ ਪਿਰਤ ਚਲਾਉਣਾ। Creativity means creating something new. ਸਿਰਜਣਾਤਮਕਤਾ ਦਾ ਮਤਲਬ ਹੈ ਕੁਝ ਨਵਾਂ ਤਿਆਰ ਕਰਨਾ। Tough situations can be dealt easily with lateral thinking. ਔਖੀਆਂ ਸਥਿਤੀਆਂ ਨੂੰ ਵੱਖਰਾ ਸੋਚ ਕੇ ਬੜੀ ਆਸਾਨੀ ਨਾਲ ਜਿੱਤਿਆ ਜਾ ਸਕਦਾ ਹੈ। Sometimes traditional thinking or conventional thinking or linear thinking fails in tricky situations. ਚਾਹੇ ਅਸੀਂ ਉਸ ਨੂੰ ਪਰੰਪਰਾਗਤ ਸੋਚ ਕਹਿ ਲਈਏ ਜਾਂ ਸਦੀਆਂ ਤੋਂ ਚੱਲੀ ਆ ਰਹੀ ਸੋਚ ਕਹਿ ਲਈਏ ਜਾਂ ਇੱਕੋ ਲੀਕ 'ਚ ਚੱਲ ਰਹੀ ਸੋਚ ਕਹਿ ਲਈਏ, ਕਈ ਵਾਰੀ ਉਹ ਔਖੀਆਂ ਸਥਿਤੀਆਂ ਨੂੰ ਹੱਲ ਕਰਨ ਦੇ ਵਿੱਚ ਅਸਫਲ ਹੋ ਜਾਂਦੀ ਹੈ। ਓਨਲੀ ਲੇਟਰਲ ਥਿੰਕਿੰਗ ਔਰ ਅਨਕਨਵੈਨਸ਼ਨਲ ਥਿੰਕਿੰਗ ਔਰ ਨੋਨ ਲੀਨੀਅਰ ਥਿੰਕਿੰਗ ਸੇਵਸ ਅਸ ਵਿਦ ਅ ਯੂਨੀਕ ਸੋਲਿਊਸ਼ਨ। ਸਿਰਫ ਵੱਖਰਾ ਸੋਚਣ ਨਾਲ ਜਾਂ ਵੱਖਰੀ ਦੂਸਰਿਆਂ ਤੋਂ ਪਰੰਪਰਾ ਤੋਂ ਹਟ ਕੇ ਸੋਚ ਰੱਖਣ ਨਾਲ ਜਾਂ ਲੀਕ ਤੋਂ ਹਟ ਕੇ ਸੋਚ ਰੱਖਣ ਨਾਲ ਉਸ ਔਖੀ ਸਥਿਤੀ ਦਾ ਇੱਕ ਨਵਾਂ ਹੱਲ ਮਿਲ ਜਾਂਦਾ ਹੈ। The writer explains the entire concept with interesting stories. ਲੇਖਕ ਨੇ ਬਹੁਤ ਵਧੀਆ ਦਿਲਚਸਪ ਕਹਾਣੀਆਂ ਨਾਲ ਇਸ ਸਾਰੀ ਗੱਲ ਨੂੰ ਸਮਝਾਇਆ ਹੈ। The last question is, how did lateral thinking help the millionaire? Lateral thinking ਨੇ ਉਸ millionaire ਦਾ ਮਦਦ ਕਿਸ ਤਰ੍ਹਾਂ ਕੀਤੀ? By borrowing only $5,000 and he got a cheap and safe parking of his new Ferrari in the middle of New York for 2 weeks. ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਹੈ, for just $15, ਸਿਰਫ $15 ਲਈ 2 ਹਫ਼ਤੇ ਲਈ ਨਿਊਯਾਰਕ ਦੇ ਵਿੱਚੋਂ ਵਿੱਚ ਉਸ ਨੂੰ ਆਪਣੀ ਨਵੀਂ ਫੈਰਾਰੀ ਲਈ ਸਸਤੀ ਅਤੇ ਸੁਰੱਖਿਅਤ ਪਾਰਕਿੰਗ ਬੈਂਕ ਦੇ ਰੂਪ ਦੇ ਵਿੱਚ ਮਿਲ ਗਈ। ਇਸ ਲਈ ਉਸ ਨੇ $5,000 ਦਾ ਕਰਜ਼ ਲੈ ਕੇ ਲਿਟਰਲ ਥਿੰਕਿੰਗ ਦਾ ਇਸਤੇਮਾਲ ਕੀਤਾ। ਅਦਰਵਾਈਜ਼ ਹੀ ਹੈਡ ਟੂ ਪੇ ਅ ਹਿਊਜ ਅਮਾਊਂਟ ਫॉर ਅ ਪਾਰਕਿੰਗ ਇਨ ਵਿਚ ਸੇਫਟੀ ਵਾਜ਼ ਨਾਟ ਐਸ਼ੋਰਡ। ਅਗਰ ਉਹ ਅਜਿਹਾ ਨਾ ਕਰਦਾ, ਇੱਕ ਤਾਂ ਉਸ ਪਾਰਕਿੰਗ ਲਈ ਬਹੁਤ ਪੈਸੇ ਦਿੰਦਾ ਜਿੱਥੇ ਵੀ ਉਹ ਆਪਣੀ ਕਾਰ ਨੂੰ ਪਾਰਕ ਕਰਦਾ, ਅਤੇ ਨਾਲ ਹੀ ਉੱਥੇ ਸੇਫਟੀ ਸੁਰੱਖਿਆ ਦਾ ਵੀ ਕੋਈ ਭਰੋਸਾ ਨਹੀਂ ਸੀ। Thank you so much for patient listening. Have a very nice day.